बहुत ही प्यारे विद्यार्थियों, गुरु नानक कॉलेज बड़लाਡਾ ਦੇ ਵਿੱਚ ਤੁਹਾਡਾ ਆਉਣਾ ਸਵਾਗਤ। ਜੀ ਆਇਆਂ ਨੂੰ। ਜਿਵੇਂ ਆਪਾਂ ਪਿਛਲੀ ਕਲਾਸ ਦੇ ਵਿੱਚ ਪੰਜਾਬੀ ਕਹਾਣੀ ਬਾਰੇ ਕੁਝ ਗੱਲਾਂ ਕਰੀਆਂ ਸੀ, ਵਰਿਆਮ ਸਿੰਘ ਸੰਧੂ ਦੀ ਸੰਪਾਦਿਤ ਕਿਤਾਬ ਕਥਾ ਰੰਗ ਦੇ ਹਵਾਲੇ ਨਾਲ, ਅੱਜ ਆਪਾਂ ਉਸੇ ਗੱਲ ਨੂੰ ਅਗਾਂਹ ਵਧਾਉਂਦੇ ਹਾਂ। ਕੁਝ ਗੱਲਾਂ ਕਥਾ ਰੰਗ ਦੇ ਹਵਾਲੇ ਨਾਲ ਗੱਲਾਂ ਕਰਾਂਗੇ ਤੇ ਕੁਝ ਗੱਲਾਂ ਅਸੀਂ ਸਮੁੱਚੀ ਪੰਜਾਬੀ ਕਹਾਣੀ ਦੇ ਹਵਾਲੇ ਨਾਲ ਇੱਥੇ ਕਰਨੀਆਂ ਹਨ। ਕਹਾਣੀ ਦੀ ਹੋਂਦ ਬਾਰੇ, ਕਹਾਣੀ ਦੇ ਸਰੋਕਾਰਾਂ ਬਾਰੇ, ਕਹਾਣੀ ਦੇ ਜਨਮ ਬਾਰੇ, ਕਹਾਣੀ ਦੇ ਪੂਰੇ ਕਹਾਣੀ ਜਿਹਨੂੰ ਗਲਪ ਸ਼ਾਸਤਰ ਅਸੀਂ ਕਹਿੰਦੇ ਹਾਂ ਉਹਦੇ ਬਾਰੇ ਅਕਸਰ ਬਹਿਸ ਹੁੰਦੀ ਆ। ਪੰਜਾਬੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਬਹਿਸ ਅਕਸਰ ਅਸੀਂ ਪੜ੍ਹਦੇ ਹਾਂ ਕਿ ਪੰਜਾਬੀ ਦੀ ਪਹਿਲੀ ਕਹਾਣੀ ਕਿਹੜੀ ਹੈ। ਇਸ ਸੰਬੰਧ ਵਿੱਚ ਜੇਕਰ ਕਿਸੇ ਵਿਦਿਆਰਥੀ ਨੇ ਇਸ ਲੈਕਚਰ ਤੋਂ ਬਿਨਾਂ ਕੁਝ ਜਾਣਨਾ ਨਾ, ਤਾਂ ਸਾਨੂੰ ਡਾਕਟਰ ਜੋਗਿੰਦਰ ਸਿੰਘ ਨਹਿਰੂ ਹੋਰਾਂ ਦੀ ਕਿਤਾਬ ਕਹਾਣੀ ਦੀ ਵਿਧਾ ਜਿਹੜੀ ਉਹਨਾਂ ਨੇ ਸੰਪਾਦਿਤ ਕੀਤੀ ਹੈ ਉਹ ਪੜ੍ਹ ਲੈਣੀ ਚਾਹੀਦੀ ਹੈ, ਕਿਉਂਕਿ ਤੁਸੀਂ 12ਵੀਂ ਕਲਾਸ ਪਾਸ ਕਰਕੇ ਆਏ ਤੇ ਤੁਹਾਡਾ ਜਿਹੜਾ ਮਾਨਸਿਕ ਪੱਧਰ ਹੈ ਉਹਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਕੁਝ ਗੱਲਾਂ ਕਥਾ ਰੰਗ ਦੇ ਹਵਾਲੇ ਨਾਲ ਕਰਾਂਗੇ। ਕੁਝ ਗੱਲਾਂ ਕਥਾ ਦੇ ਹਵਾਲੇ ਨਾਲ, ਵਾਰਤਾ ਦੇ ਹਵਾਲੇ ਨਾਲ, ਬਾਤਾਂ ਦੇ ਹਵਾਲੇ ਨਾਲ, ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਅਕਸਰ ਚੱਲਦੀਆਂ ਕਹਾਣੀਆਂ ਨੇ ਉਹਦੇ ਹਵਾਲੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਕਹਾਣੀ ਦੀ, ਜਦੋਂ ਸਿਧਾਂਤਕਾਰੀ ਦੀ ਅਸੀਂ ਗੱਲ ਕਰਦੇ ਹਾਂ, ਪੰਜਾਬੀ ਕਹਾਣੀ ਦੇ ਪੂਰੇ ਸਿਧਾਂਤਕ ਚੌਖਟੇ ਦੀ ਗੱਲ ਕਰਦੇ ਹਾਂ, ਤਾਂ ਪਹਿਲੀ ਗੱਲ ਤਾਂ ਸਾਨੂੰ ਸਮਝਣੀ ਪਵੇਗੀ ਕਿ ਕਿਹੜੀਆਂ ਗੱਲਾਂ ਨੇ ਜਿਹੜੀਆਂ ਕਹਾਣੀ ਨੂੰ ਕਹਾਣੀ ਬਣਾਉਂਦੀਆਂ ਨੇ। ਦੂਸਰਾ, ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਕਹਾਣੀ ਨੂੰ ਬਾਕੀ ਦੇ ਰੂਪਾਂ ਨਾਲੋਂ ਵੱਖ ਕਰਦੀਆਂ ਨੇ। ਇਹ ਬਹੁਤ ਵੱਡਾ ਮਸਲਾ ਹੈ ਕਿ ਪੰਜਾਬੀ ਦੇ ਵਿੱਚ ਖਾਸ ਕਰਕੇ ਨਾਵਲਟ ਬਾਰੇ, ਮਿੰਨੀ ਕਹਾਣੀ, ਨਿੱਕੀ ਕਹਾਣੀ, ਲੰਮੀ ਕਹਾਣੀ, ਇਹਦੇ ਬਾਰੇ ਭਾਵੇਂ ਬਹੁਤ ਕੁਝ ਲਿਖਿਆ ਮਿਲਦਾ ਹੈ। ਡਾਕਟਰ ਦਿਦਾਰ ਸਿੰਘ ਹੋਰਾਂ ਦਾ ਨਾਵਲਟ ਬਾਰੇ ਕੰਮ ਮਿਲ ਜਾਂਦਾ, ਪਰ ਲੰਮੀ ਕਹਾਣੀ ਤੇ ਨਾਵਲਟ ਬਾਰੇ ਬਾਕੀ ਦੀਆਂ ਵਿਧਾਵਾਂ ਦੇ ਮੁਕਾਬਲਤਨ ਕੰਮ ਘੱਟ ਮਿਲਦਾ। ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਉਹਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਉਹ ਕੰਮ ਕਿਉਂ ਨਹੀਂ ਹੋਇਆ, ਇਹ ਇੱਕ ਬਾਤ ਦਾ ਵਿਸ਼ਾ ਹੈ। ਜਦੋਂ ਅਸੀਂ ਕਹਾਣੀ ਦੀ ਸਿਧਾਂਤਕਾਰੀ ਬਾਰੇ ਗੱਲ ਕਰਦੇ ਹਾਂ ਤਾਂ ਜਿਹਨੂੰ ਤੁਸੀਂ ਅਕਸਰ ਕਹਾਣੀ ਦੇ ਤੱਤਾਂ ਨਾਲ ਮਿਲਾ ਕੇ ਵੇਖਦੇ ਹੋ। ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਦੇ ਵਿੱਚ ਬਹੁਤ ਸਾਰੇ ਤੱਤ ਹੁੰਦੇ ਨੇ ਜਿਹੜੇ ਸਾਰੀਆਂ ਵਿਧਾਵਾਂ ਦੇ ਵਿੱਚ ਪਾਏ ਜਾਂਦੇ ਨੇ। ਜਦੋਂ ਅਸੀਂ ਕਹਾਣੀ ਦੇ ਪੱਖ ਤੋਂ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ ਬਿਰਤਾਂਤਕਾਰ, ਉਹਦਾ ਪੂਰਾ ਘਟਨਾ ਪ੍ਰਬੰਧ, ਕਰੈਕਟਰ, ਜਾਂ ਜਦੋਂ ਅਸੀਂ ਇਸ ਤੋਂ ਥੋੜ੍ਹੀ ਜਿਹੀ ਅਗਾਂਹ ਗੱਲ ਤੋਰਦੇ ਹਾਂ ਉਹਦੀ ਗਲਪੀ ਜਾਂ ਉਹਦੀ ਲਿਟਰੇਰੀ ਜਾਂ ਉਹਦੀ ਕਲਾਤਮਕ ਭਾਸ਼ਾ, ਜਾਂ ਉਸ ਤੋਂ ਥੋੜ੍ਹਾ ਜਿਹਾ ਜਦੋਂ ਅਸੀਂ ਅਗਾਂਹ ਨੂੰ ਤੁਰਦੇ ਹਾਂ ਤਾਂ ਸਿਰਜਕ ਦੀ ਦ੍ਰਿਸ਼ਟੀ, ਉਹਦਾ ਨਜ਼ਰੀਆ, ਉਹਦਾ ਥਾਟ, ਉਹਦਾ ਦੇਖਣ ਦਾ ਢੰਗ। ਕਿਉਂਕਿ ਜਦੋਂ ਅਸੀਂ ਵਾਸਤਵਿਕਤਾ ਨੂੰ ਵੇਖਦੇ ਹਾਂ, ਸਾਡੇ ਆਲੇ ਦੁਆਲੇ ਬਹੁਤ ਕੁਝ ਵਾਪਰਦਾ। ਵਾਸਤਵਿਕਤਾ, ਬਹੁਤੀ ਵਾਰੀ ਅਸੀਂ ਵਾਸਤਵਿਕਤਾ ਤੇ ਯਥਾਰਥ ਨੂੰ ਰਲਗੱਡ ਕਰ ਲੈਂਦੇ ਹਾਂ। ਅਸੀਂ ਕਈ ਵਾਰੀ ਅਕਸਰ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਦੇ ਹਾਂ ਕਿ ਯਥਾਰਥ ਕੋਈ ਸੱਚੀ ਘਟਨਾ ਹੁੰਦੀ ਆ ਤੇ ਵਾਸਤਵਿਕਤਾ ਵੀ ਬਿਲਕੁਲ ਸੱਚੀ ਘਟਨਾ ਹੁੰਦੀ ਹੈ। ਸਾਨੂੰ ਇਹ ਸਮਝਣਾ ਪਵੇਗਾ, ਅਗਲੇ ਲੈਕਚਰਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਸੰਕੇਤ ਮਾਤਰ ਜਾਂ ਥੋੜ੍ਹੇ ਵਿਸਥਾਰ ਦੇ ਵਿੱਚ ਕਰਾਂਗੇ
ਕਿ ਸਮਕਾਲ ਦੀ ਕੋਈ ਵਾਸਤਵਿਕਤਾ ਲਿਟਰੇਚਰ ਦੇ ਵਿੱਚ ਜਾ ਕੇ ਯਥਾਰਥ ਕਿਵੇਂ ਬਣਦੀ ਹੈ। ਰਜਿੰਦਰ ਸਿੰਘ ਬੇਦੀ ਦੀ ਕਹਾਣੀ ਦੇ ਹਵਾਲੇ ਨਾਲ ਅਸੀਂ ਗੱਲ ਕਰਾਂਗੇ। ਪੰਜਾਬੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਭਾਵੁਕ ਫੀਲ ਨਾਲ ਜੁੜੀਆਂ ਹੋਈਆਂ ਕਹਾਣੀਆਂ ਨੇ, ਉਹਦੇ ਹਵਾਲੇ ਨਾਲ ਅਸੀਂ ਗੱਲ ਕਰਾਂਗੇ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਬਹੁਤ ਸਾਰੀਆਂ ਕਥਾਵਾਂ, ਜਿਵੇਂ ਪਿਛਲੇ ਲੈਕਚਰ ਦੇ ਵਿੱਚ ਵੀ ਮੈਂ ਗੱਲਾਂ ਕਰੀਆਂ ਸੀ, ਕਿ ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਅੰਗਰੇਜ਼ਾਂ ਦੇ ਆਉਣ ਨਾਲ ਸਾਡੇ ਕੋਲ ਬਹੁਤ ਸਾਰੀਆਂ ਵਧਾਵਾਂ ਆਉਂਦੀਆਂ ਨੇ। ਨਿੱਕੀ ਕਹਾਣੀ ਦੇ ਮਾਮਲੇ ਵਿੱਚ ਅਸੀਂ ਗੱਲਾਂ ਕਰਦੇ ਹਾਂ ਕਿ ਮੱਧਕਾਲ ਦੀਆਂ ਬਹੁਤ ਸਾਰੀਆਂ ਕਥਾਵਾਂ ਨੇ ਜਿਹੜੀਆਂ ਰੂਪਾਂਤਰਨ ਹੋ ਕੇ ਸਾਡੇ ਕੋਲ ਆਧੁਨਿਕਤਾ ਦੇ ਵਿੱਚ ਆਉਂਦੀਆਂ ਨੇ, ਅਤੇ ਉਹ ਆਧੁਨਿਕ ਲਿਟਰੇਚਰ ਦੇ ਵਿੱਚ ਟਰਾਂਸਫਰ ਹੁੰਦੀਆਂ ਰਹਿੰਦੀਆਂ ਨੇ। ਹੁਣ ਉਹ ਰੂਪਾਂਤਰਨ ਹੋਣ ਵੇਲੇ ਮੈਂ ਪਹਿਲਾਂ ਹੀ ਗੱਲ ਕਰੀ ਕਿ ਸਿਰਜਣਾ ਜਾਂ ਸਿਰਜਕ ਦੀ ਦ੍ਰਿਸ਼ਟੀ ਕੀ ਹੈ, ਇਹ ਗੱਲ ਬਹੁਤ ਮਾਇਨੇ ਰੱਖਦੀ ਹੈ। ਹੁਣ ਅਗਲਾ ਮਸਲਾ ਕਈ ਵਾਰੀ ਇਹ ਵੀ ਬਣਦਾ ਹੈ ਕਿ ਬਹੁਤ ਵਾਰ ਇਹ ਵਾਪਰਦਾ ਹੈ ਕਿ ਮੱਧਕਾਲੀ ਕਥਾਵਾਂ ਅਤੇ ਆਧੁਨਿਕ ਕਥਾਵਾਂ ਜਦੋਂ ਅਸੀਂ ਸਮਾਨਾਂਤਰ ਰੱਖ ਕੇ ਵੇਖਦੇ ਹਾਂ ਤਾਂ ਘਟਨਾ ਬਿਲਕੁਲ ਇੱਕੋ ਵਰਗੀ ਹੈ। ਤਾਂ ਸਾਡੇ ਸਾਹਮਣੇ ਉਸ ਕਥਾ ਦੀ ਪੇਸ਼ਕਾਰੀ ਦਾ ਮਸਲਾ ਆਉਂਦਾ ਹੈ ਕਿ ਉਹ ਕਥਾ ਪੇਸ਼ ਕਿਵੇਂ ਹੋਈ ਹੈ, ਉਹਦਾ ਨਿਭਾਅ ਕਿਵੇਂ ਆ, ਉਹਨੂੰ ਨਿਭਾਉਣ ਲਈ ਵਰਤੀ ਕਿ ਤਕਨੀਕ ਕਿਹੜੀ ਆ। ਉਹਦੇ ਲਈ ਜਿਹਨੂੰ ਅਸੀਂ ਗਲਪੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ, ਵਰਤਾਂਤਕ ਜੁਗਤਾਂ ਕਿਹੜੀਆਂ ਵਰਤੀਆਂ ਨੇ, ਜਿਹਨੂੰ ਕਥਾ ਜੁਗਤਾਂ ਕਿਹੜੀਆਂ ਵਰਤੀਆਂ ਨੇ। ਤਾਂ ਕਰਕੇ ਨਿਭਾਅ ਦੇ ਜਿਹੜੀ ਪਿੱਛੇ ਕੰਮ ਕਰਦੀ ਪ੍ਰੇਰਕ ਸ਼ਕਤੀ ਹੈ ਉਹ ਕਿਹੜੀ ਹੈ, ਨਿਭਾਅ ਦੇ ਪਿੱਛੇ ਕੰਮ ਕਰਦੀ ਥਾਟ ਕਿਹੜਾ, ਵਿਜ਼ਨ ਕਿਹੜਾ, ਕਿਸੇ ਚੀਜ਼ ਨੂੰ ਵੇਖਣ ਦੀ ਉਹਦੀ ਦ੍ਰਿਸ਼ਟੀ ਕੀ ਹੈ। ਅਸੀਂ ਅਕਸਰ ਵਿਦਿਆਰਥੀਆਂ ਨਾਲ ਮੈਂ ਅਕਸਰ ਗੱਲਾਂ ਕਰਦਾ ਕਿ ਜਦੋਂ ਤੁਸੀਂ ਕਿਸੇ ਘਟਨਾ ਨੂੰ ਵੇਖਦੇ ਹੋ ਤਾਂ ਤੁਹਾਡੇ ਸਾਹਮਣੇ ਵਾਪਰ ਰਹੀ ਘਟਨਾ ਨੂੰ ਜਦੋਂ ਤੁਸੀਂ ਨੰਗੀ ਅੱਖ ਨਾਲ ਤੁਸੀਂ ਵੇਖਦੇ ਹੋ ਤਾਂ ਤੁਸੀਂ ਉਹਦਾ ਹੋਰ ਅਰਥ ਲੱਭਦੇ ਹੋ। ਜਦੋਂ ਸੁਚੇਤ ਕੋਈ ਬੰਦਾ ਵੇਖਦਾ ਤਾਂ ਉਹਨੂੰ ਹੋਰ ਅਰਥ ਲੱਭਦਾ, ਪਰ ਜਦੋਂ ਕੋਈ ਸਿਰਜਕ ਉਸ ਘਟਨਾ ਨੂੰ ਵੇਖਦਾ ਤਾਂ ਬਿਲਕੁਲ ਹੋਰ ਅਰਥ ਲੱਭਦਾ। ਤਾਂ ਕਰਕੇ ਸਿਰਜਕ ਭਾਵੇਂ ਤੁਹਾਡੇ ਵਾਂਗੂ ਸੋਚਦਾ, ਤੁਹਾਡੇ ਵਾਂਗੂ ਵੇਖਦਾ, ਪਰ ਫਿਰ ਵੀ ਉਹ ਤੁਹਾਡੇ ਤੋਂ ਬਹੁਤ ਉਹਦੀ ਸਮਰੱਥਾ ਜਿਹੜੀ ਅਗਾਂਹ ਹੁੰਦੀ ਹੈ। ਤਾਂ ਕਰਕੇ ਮੈਂ ਜਦੋਂ ਕਹਾਣੀ ਦੇ ਵਿਧਾ ਬਾਰੇ ਗੱਲ ਕਰਦਾ ਸੀ ਕਿ ਸਾਨੂੰ ਕਿਉਂ ਪੜ੍ਹਨਾ ਚਾਹੀਦਾ, ਤਾਂ ਸਾਡੇ ਕੋਲ ਡਾਕਟਰ ਜੋਗਿੰਦਰ ਸਿੰਘ ਨਹਿਰੂ ਹੋਰਾਂ ਦੀ ਕਿਤਾਬ ਦੇ ਵਿੱਚ ਦੋ ਪੇਪਰ ਨੇ ਜਿਹੜੇ, ਡਾਕਟਰ ਜੋਗਿੰਦਰ ਸਿੰਘ ਰਾਹੀ ਦਾ ਪੇਪਰ ਹੈਗਾ ਅਤੇ ਦੂਸਰਾ ਪੇਪਰ ਸਾਡੇ ਕੋਲ ਡਾਕਟਰ ਗੁਰਬਖਸ਼ ਸਿੰਘ ਫਰੈਂਕ ਦਾ, ਤਲਾਸ਼ ਕਥਾ ਸ਼ਾਸਤਰ ਦੀ। ਦੂਸਰਾ ਪੇਪਰ ਜਿਹੜਾ ਰਾਹੀ ਹੋਰਾਂ ਦਾ ਕਿ ਨਿੱਕੀ ਕਹਾਣੀ ਦੀ ਰੂਪ ਵਿਧਾ ਕੀ ਹੈ। ਹੁਣ ਪਹਿਲਾਂ ਹੀ ਸਵਾਲ ਬਣ ਜਾਂਦਾ ਕਿ ਨਿੱਕੀ ਕਹਾਣੀ ਨੂੰ ਨਿੱਕੀ ਕਹਾਣੀ ਕਿਉਂ ਕਿਹਾ ਜਾਵੇ। ਸਾਡੇ ਅਕਸਰ ਇੱਕ ਬਹੁਤ ਮੈਂ ਸਮਝਦਾ ਕਿ ਪਾਠਕਾਂ ਦਾ ਜਾਂ ਪੜ੍ਹਨ ਵਾਲੇ ਆਲੋਚਕਾਂ ਦਾ ਅਸੀਂ ਆਕਾਰ ਨੂੰ ਬਹੁਤ ਵਾਰੀ ਵੇਖ ਲੈਂਦੇ ਹਾਂ ਕਿ ਮਿੰਨੀ ਕਹਾਣੀ ਦੇ ਵਿੱਚ ਬਹੁਤ ਇਹ ਵੱਡੀ ਸਿਧਾਂਤਕ ਗੜਬੜ ਹੈਗੀ ਹੈ ਕਿ ਆਕਾਰ ਦੇ ਵਿੱਚ ਜਿਹੜੀ ਛੋਟੀ ਰਚਨਾ ਉਸ ਨੂੰ ਛੋਟੀ ਕਹਾਣੀ ਮੰਨ ਲੈਂਦੇ ਹਾਂ। ਐਵੇਂ ਅਸੀਂ ਕਵਿਤਾ, ਐਵੇਂ ਵਾਰਤਕ ਬਾਰੇ ਆ, ਐਵੇਂ ਹੀ ਹੋਰ ਵਿਧਾਵਾਂ ਬਾਰੇ ਵੀ ਗੱਲਾਂ ਹੁੰਦੀਆਂ ਨੇ। ਹੁਣ ਜਦੋਂ ਅਸੀਂ ਰੂਪ ਦੀਆਂ ਗੱਲਾਂ ਕਰਦੇ ਹਾਂ ਤਾਂ ਰੂਪ ਦੀਆਂ ਰਚਨਾਤਮਕ ਰੀਤੀਆਂ ਕਿਹੜੀਆਂ ਨੇ, ਇਹ ਰੀਤੀਆਂ ਉਹਨੂੰ ਬਾਕੀ ਦੀਆਂ ਵਿਧਾਵਾਂ ਨਾਲੋਂ ਕਿਵੇਂ ਨਿਖੇੜਦੀਆਂ ਨੇ, ਇਹ ਗੱਲ ਬਹੁਤ ਮਾਇਨੇ ਵਾਲੀ ਹੈ, ਜਿੱਥੇ ਜਾ ਕੇ ਸਾਨੂੰ ਕਿਤੇ ਨਾ ਕਿਤੇ ਇਹ ਗੱਲ ਲੱਭੇਗੀ। ਹੁਣ ਜਦੋਂ ਅਸੀਂ ਗੱਲਾਂ ਕਰਦੇ ਹਾਂ ਕਿ ਇਹ ਨਿੱਕੀ ਕਹਾਣੀ ਆਪਣੇ ਗੱਲ ਕਰਨ ਦੇ ਅੰਦਾਜ਼ ਕਰਕੇ ਨਿੱਕੀ ਹੋ ਸਕਦੀ ਹੈ। ਸੂਖਮ ਤਰ੍ਹਾਂ ਦੇ ਸੰਕੇਤ ਕਈ ਵਾਰੀ ਕਹਾਣੀ ਦਿੰਦੀ ਹੈ, ਜਾਂ ਉਹਦੀ ਪ੍ਰਗਟਾਓ ਵਿਧੀ ਬਾਕੀ ਦੀ ਕਹਾਣੀ ਨਾਲੋਂ ਵੱਖਰੀ ਹੋ ਸਕਦੀ ਹੈ। ਹਰੇਕ ਬੰਦੇ ਦਾ, ਅਸੀਂ ਸਾਰੇ ਕਲਾਸ ਦੇ ਵਿੱਚ 100-150 ਵਿਦਿਆਰਥੀ ਬੈਠੇ ਹਾਂ, ਜਾਂ 2-3 ਕਲਾਸਾਂ ਨੂੰ ਰਲਾ ਕੇ ਜਦੋਂ ਆਪਾਂ ਇਕੱਠੇ ਕਰ ਦਈਏ ਵਿਦਿਆਰਥੀ, ਤਾਂ ਹਰੇਕ ਬੰਦੇ ਦੇ ਗੱਲ ਕਹਿਣ ਦਾ ਢੰਗ ਵੱਖਰਾ ਵੱਖਰਾ,
ਉਹਦੀ ਪ੍ਰਗਟਾਓ ਵਿਧੀ ਵੱਖਰੀ ਵੱਖਰੀ ਹੈ। ਤੁਸੀਂ ਕਦੇ ਨਵੀਂ ਕਹਾਣੀ ਵਿੱਚ ਗੁਰਮੀਤ ਕੜਿਆਲਵੀ ਦੀ ਕਹਾਣੀ ਪੜ੍ਹਿਓ, ਆਤੂ ਖੋਜੀ, ਜਾਂ ਤੁਸੀਂ ਕਹਾਣੀ ਪੜ੍ਹਿਓ ਉਹਦੀ ਹਾਰੀ ਨਾ ਬਚਨਿਆ। ਸਾਡੇ ਪਿੰਡਾਂ ਦੇ ਵਿੱਚ ਵਾਪਰਦੀਆਂ ਹੋਈਆਂ ਘਟਨਾਵਾਂ ਨੇ। ਆਤੂ ਖੋਜੀ ਤੇ ਫਿਰ ਫਿਲਮ ਬਣੀ ਹੈ, ਤੁਸੀਂ ਫਿਲਮ ਵੇਖ ਕੇ ਵੇਖਿਓ ਕਿ ਖੁਰਾ ਖੋਜ ਲੱਭਣ ਵਾਲਾ ਆਤੂ ਹੈ ਜਿਹੜਾ, ਉਹ ਤੁਹਾਡੇ ਪਿੰਡਾਂ ਦੇ ਵਿੱਚ ਉਸ ਤਰ੍ਹਾਂ ਦੇ ਬੰਦੇ ਮਿਲਦੇ ਨੇ। ਤੁਹਾਡੇ ਪਿੰਡਾਂ ਵਿੱਚ ਉਹ ਕਥਾ ਪਈ ਹੈ। ਉਹ ਕਥਾ ਨੂੰ ਉਧਾਰ ਬਣਾ ਕੇ ਜਿਹੜੀ ਗੱਲ ਕੜਿਆਲਵੀ ਲੈ ਕੇ ਆਇਆ ਉਹ ਬਹੁਤ ਮੀਨਿੰਗਫੁਲ ਹੈ। ਹਾਰੀ ਨਾ ਵਚਨਾਂ ਦੇ ਵਿੱਚ ਵੀ ਬਿਲਕੁਲ ਐਵੇਂ ਕਰਦਾ ਉਹ। ਇਹ ਉਹਦੀ ਗੱਲ ਕਹਿਣ ਦਾ ਅੰਦਾਜ਼ ਹੈ, ਇਹ ਗੱਲ ਕਹਿਣ ਦੀ ਜੁਗਤ ਹੈ। ਜਸਵੀਰ ਰਾਣਾ ਜਦੋਂ ਪੱਟ ਤੇ ਪਾਹੀ ਮੋਰਨੀ ਦੀ ਗੱਲ ਕਰਦਾ, ਜਦੋਂ ਜਤਿੰਦਰ ਹਾਂਸ ਈਸਵਰ ਦੇ ਜਨਮ ਦੀ ਗੱਲ ਕਰਦਾ, ਜਦੋਂ ਦਰਸ਼ਨ ਜੋਗਾ ਆਪਣੀ ਕਹਾਣੀ ਕੈਰਮ ਬੋਰਡ ਦੇ ਵਿੱਚ ਇੱਕ ਬੱਚੇ ਦੀ ਫੀਲਿੰਗ ਤੇ ਉਹਦੇ ਦਾਦੇ ਦੀ ਫੀਲਿੰਗ ਦੇ ਹਵਾਲੇ ਨਾਲ ਗੱਲ ਕਰਦਾ, ਹਰਮਹਿੰਦਰ ਚਹਿਲ ਜਦੋਂ ਪੁੰਨ ਵਰਗੀ ਕਹਾਣੀ ਦੇ ਵਿੱਚ ਗੱਲ ਲੈ ਕੇ ਆਉਂਦਾ, ਇਹਨਾਂ ਸਾਰੀਆਂ ਗੱਲਾਂ ਦੇ ਅੰਦਾਜ਼ ਪ੍ਰਗਟਾਉਣ ਦੇ ਵੱਖਰੇ ਵੱਖਰੇ ਨੇ। ਉਹਦੇ ਬਹੁਤ ਸਾਰੇ ਕਾਰਨ ਹੈ। ਵਿਸ਼ਵ ਲਿਟਰੇਚਰ ਦੇ ਵਿੱਚ ਦਾ ਨਾਈਟ ਨਾਵਲ ਹੈ ਐਲੀ ਵਾਈਜ਼ਲ ਦਾ, ਉਹਦੀ ਗੱਲ ਸਵੈ ਜੀਵਨੀ ਮੂਲਕ ਗੱਲ ਹੈ। ਬਿਲਕੁਲ ਇਸ ਤਰ੍ਹਾਂ ਦਾ ਗੱਲ ਸਾਡੇ ਕੋਲੇ ਬਲਜਿੰਦਰ ਨਸਰਾਲੀ ਦਾ ਨਾਵਲ ਹੈ ਜਿਹੜਾ 2016 ਦੇ ਵਿੱਚ ਆਉਂਦਾ ਹੈ, ਅੰਬਰ ਪਰੀਆਂ। ਜਿਹੜੇ ਲੋਕ ਬਲਜਿੰਦਰ ਨਸਰਾਲੀ ਨੂੰ ਜਾਣਦੇ ਨੇ ਉਹਦੇ ਵਿੱਚੋਂ ਉਹਦੀ ਮੈਂ ਲੱਭਦੀ ਹੈ। ਉਹ ਸਵੈ ਜੀਵਨੀ ਮੂਲਕ ਨਾਵਲ ਬਣ ਜਾਂਦੇ ਨੇ ਜਾਂ ਜੀਵਨੀ ਮੂਲਕ ਨਾਵਲ ਬਣ ਜਾਂਦੇ ਨੇ। ਹੁਣ ਕਾਰਨ ਕਿ ਅਜਿਹਾ ਕਿਉਂ ਵਾਪਰਿਆ? ਕਿਉਂਕਿ ਉਹਨਾਂ ਦਾ ਜਿਹੜਾ ਵਸਤੂ ਹੈ, ਉਹਨਾਂ ਦਾ ਜਿਹੜਾ ਘਟਨਾ ਪ੍ਰਬੰਧ ਹੈ, ਉਹ ਇਸ ਗੱਲ ਦੀ ਮੰਗ ਕਰ ਰਿਹਾ। ਜੇ ਕੋਈ ਕਹਾਣੀ, ਸੁਖਜੀਤ ਕੋਈ ਕਹਾਣੀ ਲਿਖਦਾ, ਪਿੱਛੇ ਜਿਹਦੀ ਕਹਾਣੀ ਖੰਜੂਰਾਂ ਕਹਾਣੀ ਆਈ, ਉਹਦਾ ਅੰਦਾਜ਼ ਵੱਖਰਾ। ਜੇਕਰ ਸਰਗੀ ਕਹਾਣੀ ਲਿਖਦੀ ਹੈ ਹੌਲੀਡੇ ਵਾਈਫ, ਉਹਦਾ ਅੰਦਾਜ਼ ਬਿਲਕੁਲ ਹੋਰ ਤਰ੍ਹਾਂ ਦਾ। ਹੁਣ ਸਾਡੇ ਸਾਹਮਣੇ ਇੱਕ ਸਵਾਲ, ਜਿਹੜੀਆਂ ਮੈਂ ਕਹਾਣੀਆਂ ਦੇ ਜ਼ਿਕਰ ਕਰਿਆ ਹੁਣ, ਇਹ 20ਵੀਂ ਸਦੀ ਦੇ ਅਖੀਰ ਤੇ 21ਵੀਂ ਸਦੀ ਦੇ ਸ਼ੁਰੂ ਦੀਆਂ ਕਹਾਣੀਆਂ ਨੇ। ਇਹਨਾਂ ਦਾ ਪ੍ਰਗਟਾਓ, ਇਹਨਾਂ ਦੇ ਕਹਿਣ ਦੀ ਵਿਧੀ ਸਾਡੀ ਮੁੱਢਲੀ ਕਹਾਣੀ ਤੋਂ ਬਿਲਕੁਲ ਵੱਖਰੀ ਹੈ। ਉਹਦਾ ਕਾਰਨ ਹੈ ਕਿ ਮੁੱਢਲੀ ਕਹਾਣੀ ਦੇ ਸਮੇਂ ਜਿਹੜੀ ਵਾਸਤਵਿਕਤਾ ਉਹ ਹੋਰ ਹੈ, ਤੇ ਹੁਣ ਦੇ ਦੌਰ ਦੇ ਵਿੱਚ ਜਿਹੜੀ ਵਾਸਤਵਿਕਤਾ ਉਹ ਬਿਲਕੁਲ ਹੋਰ ਹੈ। ਇਹੀ ਕਾਰਨ ਹੈ ਕਿ ਅਸੀਂ ਇਹਨੂੰ ਪੜ੍ਹਨਾ ਵੀ ਵੱਖਰੇ ਤਰੀਕੇ ਨਾਲ ਹੈ, ਇਹਨੂੰ ਸਮਝਣਾ ਵੀ ਵੱਖਰੇ ਤਰੀਕੇ ਨਾਲ। ਜਦੋਂ ਮੈਂ ਗੱਲ ਕਰਦਾ ਸੀ ਕਿ ਇਹ ਗੱਲਾਂ, ਜੇਕਰ ਇਹਨਾਂ ਗੱਲਾਂ ਨੂੰ ਅਸੀਂ ਜਾਣਨਾ ਹੈ ਤਾਂ ਸਾਨੂੰ ਕਹਾਣੀ ਦੀ ਵਿਧਾ ਪੁਸਤਕ ਪੜ੍ਹਨੀ ਪਵੇਗੀ। ਹੁਣ ਕਹਾਣੀ ਦੇ ਬਾਰੇ ਵੱਖਰੇ ਵੱਖਰੇ ਬੰਦਿਆਂ ਦੇ ਵੱਖਰੇ ਵੱਖਰੇ ਵਿਚਾਰ ਹਨ। ਸ਼ੁਰੂ ਦੀ ਕਹਾਣੀ ਕਿਹੜੀ ਕਹਾਣੀ ਹੈ? ਸਾਡੇ ਕੋਲ ਨਵੀਂ ਆਲੋਚਨਾ ਦੇ ਵਿੱਚ ਬਹੁਤ ਸਾਰੇ ਚੰਗੇ ਵਿਦਵਾਨ ਹੈ, ਜਿਨ੍ਹਾਂ ਵਿੱਚ ਡਾਕਟਰ ਪਰਮਜੀਤ ਸਿੰਘ ਵੀ ਡਾਕਟਰ ਸੁਰਜੀਤ ਸਿੰਘ ਦਾ ਵਿਦਿਆਰਥੀ ਹੈ, ਜਿਹਨੂੰ ਮੈਨੂੰ ਲੱਗਦਾ ਕਿ ਉਹਨੂੰ ਕਹਾਣੀ ਸਮਝਣ ਦਾ, ਕਹਾਣੀ ਦੀ ਦ੍ਰਿਸ਼ਟੀ ਨੂੰ ਫੜਨ ਦਾ, ਕਹਾਣੀ ਦੀਆਂ ਮੁੱਢਲੀਆਂ ਸੇਡਸ ਲੱਭਣ ਦਾ ਇੱਕ ਉਹਦੇ ਕੋਲ ਬਹੁਤ ਹੁਨਰ ਹੈ। ਆਲੋਚਨਾ ਮੈਗਜ਼ੀਨ ਦੇ ਵਿੱਚ ਉਹਦਾ ਇੱਕ ਪੇਪਰ ਛਪਦਾ ਪੰਜਾਬੀ ਦੀ ਪਹਿਲੀ ਕਹਾਣੀ ਦੇ ਸੰਬੰਧ ਵਿੱਚ। ਉਹ ਵੱਖਰੇ ਵੱਖਰੇ ਵਿਦਵਾਨਾਂ ਦੀਆਂ ਧਾਰਨਾਵਾਂ ਸਾਡੇ ਸਾਹਮਣੇ ਰੱਖਦਾ। ਉਹਦੇ ਵਿੱਚ ਹੀਰਾ ਸਿੰਘ ਦਰਦ ਦੀ ਗੱਲ ਵੀ ਉਹ ਕਰਦਾ, ਕਿਉਂਕਿ ਹੀਰਾ ਸਿੰਘ ਦਰਦ ਨੇ ਮੰਨਿਆ ਕਿ 1921 ਦੇ ਵਿੱਚ ਕਮਲਾ ਅਕਾਲੀ ਦੀ ਪਹਿਲੀ ਕਹਾਣੀ ਛਪਦੀ ਹੈ, ਕਮਲਾ ਅਕਾਲੀ। ਉਹਨੇ ਬਲਵੀਰ ਸਿੰਘ ਦਿਲ ਦੀ ਗੱਲ ਨੂੰ ਸਾਹਮਣੇ ਲੈ ਕੇ ਆਂਦਾ। ਇਹ ਗੱਲਾਂ ਭਾਵੇਂ ਪਈਆਂ ਹੋਈਆਂ ਨੇ ਸਾਡੇ ਲਿਟਰੇਚਰ ਦੇ ਵਿੱਚ, ਉਹਨੇ ਇੱਕ ਥਾਂ ਇਕੱਠੀਆਂ ਕਰਕੇ ਉਹਦੇ ਪੈਰਲਲ ਆਪਣੀ ਇੱਕ ਗੱਲ ਖੜੀ ਕਰਨ ਦੀ ਕੋਸ਼ਿਸ਼ ਕਰੀ ਹੈ ਕਿ ਪਹਿਲੀ ਕਹਾਣੀ 1913 ਵਿੱਚ ਵੀ ਨਹੀਂ ਛਪਦੀ, 1941 ਵਿੱਚ ਵੀ ਨਹੀਂ, 1921 ਵਿੱਚ ਵੀ ਨਹੀਂ, 1896 ਦੇ ਵਿੱਚ ਪਹਿਲੀ ਕਹਾਣੀ ਛਪਦੀ। ਇਹ ਗੱਲ ਕਰ ਦੇਣੀ ਬੜੀ ਸਹਿਜ ਹੈ, ਪਰ ਉਹਨੇ ਉਸ ਕਥਾ ਨੂੰ, ਉਸ ਕਥਾ ਦੀਆਂ ਪਰਤਾਂ ਨੂੰ ਫਰੋੜਦਿਆਂ ਉਹਨੂੰ ਆਧੁਨਿਕ ਜਿਹੜਾ ਚੌਕਟਾ ਤੁਹਾਡਾ ਬਣਿਆ ਹੋਇਆ ਉਹਦੇ ਤੇ ਪੂਰਾ ਉਤਾਰਿਆ।
ਇਹ ਕੋਈ ਅੰਤਮ ਖੋਜ ਨਹੀਂ ਹੈ। ਹੋਰ ਬਹੁਤ ਸਾਰੀਆਂ ਗੱਲਾਂ ਉਸ ਕਹਾਣੀ ਦੇ ਹਵਾਲੇ ਨਾਲ ਕੀਤੀਆਂ ਜਾ ਸਕਦੀਆਂ ਨੇ, ਉਹ ਕਹਾਣੀ ਨੂੰ ਰੱਦ ਕੀਤਾ ਜਾ ਸਕਦਾ। ਤਾਂ ਕਰਕੇ ਬਲਵੀਰ ਸਿੰਘ ਦਿਲ 1941 ਤੋਂ ਜਿਹੜੀ ਪਹਿਲਾਂ ਦੀ ਕਹਾਣੀ ਹੈ ਉਹਨੂੰ ਕਹਾਣੀ ਨਹੀਂ ਮੰਨਦਾ, ਨਿੱਕੀ ਕਹਾਣੀ ਨਹੀਂ ਮੰਨਦਾ, ਜਾਂ ਆਧੁਨਿਕ ਨਿੱਕੀ ਕਹਾਣੀ ਨਹੀਂ ਮੰਨਦਾ। ਸੁਜਾਨ ਸਿੰਘ ਸਿੱਖ ਹੈਂਡ ਵਿਲ ਨੰਬਰ ਜਿਹੜੀ 1908 ਤੋਂ 1910 ਦੇ ਵਿਚਕਾਰ ਉਹ ਛਪੇ ਨੇ ਟੈਕਟ, ਉਹਨਾਂ ਦੇ ਵਿੱਚ ਛਪੀਆਂ ਹੋਈਆਂ ਕਹਾਣੀਆਂ ਨੂੰ ਪਹਿਲੀਆਂ ਕਹਾਣੀਆਂ ਮੰਨਦਾ। ਐਵੇਂ ਗੁਰਬਖਸ਼ ਸਿੰਘ ਫਰੈਂਕ ਸੇਖੋਂ ਤੇ ਸੁਜਾਨ ਸਿੰਘ ਦੀਆਂ ਕਹਾਣੀਆਂ ਨੂੰ ਪਹਿਲੀ ਕਹਾਣੀ ਮੰਨਦਾ। ਬਲਦੇਵ ਸਿੰਘ ਢਾਲੀਵਾਲ ਪ੍ਰੀਤਲੜੀ ਦੇ ਵਾਲੇ ਨਾਲ 1913 ਦੇ ਵਿੱਚ ਜਦੋਂ ਛਪੀ ਜਿਹੜੀ ਕਹਾਣੀ ਉਹਨੂੰ ਮੰਨਦਾ। ਤੇ ਜ਼ਰੂਰੀ ਨਹੀਂ ਕਿ ਪਹਿਲੀ ਵਾਰੀ ਕਿਸੇ ਆਲੋਚਨਾ ਦੀ ਕਿਤਾਬ ਦੇ ਵਿੱਚ ਕਿਸੇ ਕਿਤਾਬ ਦੀ ਭੂਮਿਕਾ ਲਿਖਦਿਆਂ ਕਹਾਣੀ ਸ਼ਬਦ ਵਰਤ ਲਿਆ ਗਿਆ। ਤਾਂ ਕਰਕੇ ਮੈਂ ਪਹਿਲੇ ਲੈਕਚਰ ਦੇ ਵਿੱਚ ਵੀ ਆਖਿਆ ਸੀ ਕਿ ਸਾਨੂੰ ਅੱਖਾਂ ਬੰਦ ਕਰਕੇ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਆਧੁਨਿਕਤਾ ਦੇ ਜਾਂ ਆਧੁਨਿਕ ਫਾਰਮ ਜਿਹੜੀ ਕਹਾਣੀ ਦੀ ਉਹ ਅੰਗਰੇਜ਼ਾਂ ਦੇ ਆਉਣ ਨਾਲ ਆਉਂਦੀ ਹੈ। ਸਾਡੇ ਕੋਲ ਬਹੁਤ ਕੁਝ ਪਰੰਪਰਾ ਦਾ ਰੂਪਾਂਤਰਣ ਹੁੰਦਾ ਰਹਿੰਦਾ, ਅਸੀਂ ਬਹੁਤ ਕੁਝ ਛੱਡਦੇ ਰਹਿੰਦੇ ਹਾਂ, ਅਸੀਂ ਬਹੁਤ ਕੁਝ ਨਵਾਂ ਗ੍ਰਹਿਣ ਕਰਦੇ ਰਹਿੰਦੇ ਹਾਂ। ਇਹ ਵੱਖਰੀਆਂ ਵੱਖਰੀਆਂ ਦ੍ਰਿਸ਼ਟੀਆਂ ਤੋਂ ਅਸੀਂ ਉਹ ਸਾਰੀਆਂ ਚੀਜ਼ਾਂ ਵੇਖਦੇ ਰਹਿੰਦੇ ਹਾਂ। ਹੁਣ ਜਿਹੜੀ ਕਥਾ ਦੀ ਗੱਲ ਹੈ, ਇਸ ਕਿਤਾਬ ਦਾ ਨਾਮ ਕਥਾ ਰੰਗ ਹੈ। ਜਿਵੇਂ ਇੱਕ ਕਿਤਾਬ ਦਾ ਨਾਮ ਕਥਾ ਵਾਰਤਾ ਹੈ ਨਾ, ਕਈ ਕਿਤਾਬਾਂ ਦੇ ਨਾਲ ਕਹਾਣੀ ਹੀ ਜੁੜਦਾ। ਕੁੜੀ ਕਹਾਣੀ ਕਹਿੰਦੀ ਕਿ ਜਦ ਬਾਤ ਸਾਡੇ ਪਿੰਡਾਂ ਦੇ ਵਿੱਚ ਅਕਸਰ ਬਾਤਾਂ ਪੈਂਦੀਆਂ ਨੇ, ਤੁਸੀਂ ਹੈਰਾਨੀ ਮੰਨ ਜਾਓਗੇ ਕਿ ਜਿਹੜੇ ਮਿੱਥ ਤੇ ਨਾਵਲ ਆ ਰਹੇ ਨੇ, ਮਿੱਥ ਤੇ ਕਹਾਣੀ ਰਚੀ ਜਾ ਰਹੀ ਹੈ, ਮਿੱਥ ਤੇ ਕਵਿਤਾ ਰਚੀ ਜਾ ਰਹੀ ਹੈ, ਸਾਡੇ ਕੋਲੇ ਉਹਦੇ ਪੈਰਲਲ ਬਾਤਾਂ ਪਈਆਂ ਹੋਈਆਂ ਨੇ। ਹੁਣ ਬਾਤ ਪਾਉਣ ਵਾਲੇ ਬੰਦੇ ਦੀ ਇੱਕ ਆਪਣਾ ਸਟਾਈਲ ਹੈ। ਸੱਥ ਦੇ ਵਿੱਚ ਬੈਠਾ ਬੰਦਾ ਬਾਤ ਪਾਉਂਦਾ ਤੇ ਸਾਹਮਣੇ ਦਾ ਕੋਈ ਹੁੰਗਾਰਾ ਭਰ ਰਿਹਾ, ਉਹਦੇ ਲਈ ਪਾਠਕ ਨਹੀਂ, ਉਹਦੇ ਲਈ ਦਰਸ਼ਕ ਆ। ਇੱਕ ਫਿਲਮ ਪੂਰੀ ਦੀ ਪੂਰੀ ਫਿਲਮ ਚੱਲਦੀ ਹੈ। ਸਾਡੇ ਕੋਲ ਬਹੁਤ ਸਾਰੇ ਮੈਂ ਕਹਾਣੀ ਕਰਨ ਦੇ ਨਾਲ ਲੈ ਸਕਦਾ ਜਿਹੜੇ ਇਹ ਕਹਿੰਦੇ ਨੇ ਕਿ ਜਦੋਂ ਅਸੀਂ ਸੱਥ 'ਚ ਚਲੇ ਜਾਂਦੇ ਸਾਨੂੰ ਉੱਥੋਂ ਕੋਈ ਗੱਲ ਲੱਭ ਜਾਂਦੀ ਹੈ। ਪੰਜਾਬੀ ਦੇ ਕਹਾਣੀਕਾਰ ਦਰਸ਼ਨ ਜੋਗਾ ਉਹ ਜਦੋਂ ਕਹਾਣੀ ਲਿਖਦਾ ਤਾਂ ਉਹ ਪਿੰਡ ਦਾ ਚੱਕਰ ਮਾਰ ਕੇ ਆਉਂਦਾ। ਪੰਜਾਬੀ ਦਾ ਇੱਕ ਪੋਇਟ ਰਾਮ ਸਿੰਘ ਚਹਿਲ, ਜਿਹਦੀ ਕਿਤਾਬ ਭੋਏ ਆਈ, ਤੁਹਾਨੂੰ ਸਾਰਿਆਂ ਨੂੰ ਵਿਦਿਆਰਥੀਆਂ ਨੂੰ ਪੜ੍ਹਨੀ ਚਾਹੀਦੀ ਹੈ, ਜਿਹਨੇ ਮਾਨਸਾ ਦੇ ਵਿੱਚ, ਜਿਹਦਾ ਕਦਬਤ ਬਹੁਤ ਵੱਡਾ ਹੈ ਜਿਸ ਪੋਇਟ ਦਾ, ਜਿਹਨੇ ਦਾਣਿਆਂ ਦੀ ਗੱਲ ਕਰੀ, ਜਿਹਨੇ ਕਣਕ ਦੀ ਗੱਲ ਕਰੀ, ਜਿਹਨੇ ਧਰਤੀ ਦੀ ਗੱਲ ਕਰੀ, ਜਿਹਨੇ ਕਿਸਾਨੀ ਦੇ ਚੁਗਿਰਦੇ ਦੀ ਕਵਿਤਾ ਦੇ ਵਿੱਚ ਗੱਲ ਲੈ ਕੇ ਆਂਦੀ, ਉਸ ਗੱਲ ਨੂੰ ਅੱਜ ਕੱਲ੍ਹ ਤਨਵੀਰ ਤੇ ਦੇਵਨੀਤ ਨੇ ਅੱਗੇ ਤੋਰਿਆ ਹੋਇਆ। ਉਹਨੇ ਬਹੁਤ ਸਾਰਾ ਅਨੁਵਾਦ ਕੀਤਾ। ਉਦੋਂ ਹੀ ਮੰਨਣਾ ਇਹ ਸੀ ਕਿ ਜਦੋਂ ਮੇਰੇ ਕੋਲ ਕਵਿਤਾ ਉਦੋਂ ਦੀ ਹੈ ਤਾਂ ਮੈਂ ਖੇਤਾਂ ਦੇ ਵਿੱਚ ਜਾ ਕੇ ਆਉਣਾ, ਪਿੰਡ ਗੇੜਾ ਮਾਰ ਕੇ ਆਉਣਾ। ਤਾਂ ਕਰਕੇ ਪਿੰਡਾਂ ਦੀਆਂ ਬਾਤਾਂ, ਵਾਰਤਾਵਾਂ, ਕਥਾਵਾਂ, ਇਹ ਸਾਰੀਆਂ ਰੂਪਾਂਤਰਣ ਹੋ ਕੇ ਕਥਾ ਦੇ ਵਿੱਚ ਆਉਂਦੀਆਂ ਨੇ, ਕਹਾਣੀ ਦੇ ਵਿੱਚ ਆਉਂਦੀਆਂ ਨੇ। ਤਾਂ ਜਿਹੜਾ ਪਰਮਜੀਤ ਸਿੰਘ ਨੇ ਨੁਕਤਾ ਲੱਭਿਆ ਹੋਇਆ ਕਿ ਹਾਏ ਹਾਏ ਬੱਚੀ ਤੂੰ ਕਿੱਥੇ, ਉਹਦਾ ਸਰੋਤ ਹੈਗਾ ਖਾਲਸਾ ਟਰੈਕਟਰ ਸੁਸਾਇਟੀ ਵੱਲੋਂ ਧਰਮ ਪ੍ਰਚਾਰ ਲਈ ਛਾਪੀ ਗਈ ਟਰੈਕਟ, ਜਿਹਦੇ ਵਿੱਚ ਇਹ ਛਪੀ ਹੋਈ ਹੈ। ਤੇ ਇਹਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਹੈ, ਮੋਹਨ ਸਿੰਘ ਬੈਦ ਦੀ ਕਲੈਕਸ਼ਨ ਦੇ ਨਾਂ ਹੇਠ ਕੈਟਾਲੋਗ ਦੇ ਅਨੁਸਾਰ ਇਸ ਕਹਾਣੀ ਦਾ ਜਿਹੜਾ ਸਮਾਂ ਬਣਦਾ ਉਹ 1896 ਬਣਦਾ। ਹੁਣ ਡਾਕਟਰ ਪਰਮਜੀਤ ਨੇ ਬਹੁਤ ਨਿੱਠ ਕੇ ਇਸ ਕਹਾਣੀ ਨੂੰ ਪੜ੍ਹਿਆ। ਉਹ ਸਾਰੀਆਂ ਸੇਡਸ, ਉਹ ਸਾਰੀਆਂ ਗੱਲਾਂ ਇਸ ਕਹਾਣੀ ਦੇ ਵਿੱਚੋਂ ਲੱਭੀਆਂ, ਜਿਹੜੀਆਂ ਗੱਲਾਂ ਮੈਂ ਸਮਝਦਾ ਕਿ 1913 ਵਾਲੀ ਕਹਾਣੀ ਵਿੱਚੋਂ ਲੱਭੀਆਂ ਜਾ ਰਹੀਆਂ ਨੇ, 1921 ਵਾਲੀ ਕਹਾਣੀ ਵਿੱਚੋਂ ਲੱਭੀਆਂ ਜਾ ਰਹੀਆਂ ਨੇ। ਤਾਂ ਕਰਕੇ ਕਿਸੇ ਕਹਾਣੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਵਿਧਾ ਦੇ ਜਿਹੜੀ ਹਿਸਟੋਰੀ, ਇਤਿਹਾਸਕਤਾ ਜਾਂ ਉਹਦੀ ਜਨਮ ਦੇ ਮਸਲੇ ਹੁੰਦੇ ਨੇ, ਉਹ ਕਦੋਂ ਅਸੀਂ ਕਹਿ ਨਹੀਂ ਸਕਦੇ ਕਿ ਨਿੱਕੀ ਕਹਾਣੀ ਕਦੋਂ ਆਈ। ਅਸੀਂ ਕੁਐਸਚਨ ਮਾਰਕ ਲਾਤਾ ਵੀ 1921 ਦੇ ਵਿੱਚ ਨਿੱਕੀ ਕਹਾਣੀ ਹੈ। ਇਹ ਕੋਈ ਅੰਤਮ ਗੱਲ ਨਹੀਂ ਹੈ। ਤਾਂ ਕਰਕੇ ਕਿਸੇ ਚੀਜ਼ ਦਾ ਜਦੋਂ ਖੁਰਾ ਖੋਜ ਲੱਭਦੇ ਹਾਂ ਅਸੀਂ, ਤਾਂ ਮੈਂ ਫਿਰ ਆਤੂ ਖੋਜੀ ਨਾਲ ਇਸ ਗੱਲ ਨੂੰ ਜੋੜਦਾ ਕਿ ਜਿਸ ਪਿੰਡ ਦੇ ਵਿੱਚ ਉਹ ਖੋਜੀ ਬੈਠਾ ਪੈੜ ਨੱਪ ਰਿਹਾ, ਤਾਂ ਸਾਰੇ ਪਿੰਡ ਨੂੰ ਲੰਘਾ ਲਿਆ ਗਿਆ।
ਪਰ ਉਹਦਾ ਮਸਲਾ ਇਹ ਸੀ ਕਿ ਉਹ ਆਪਣੇ ਜਿਹੜਾ ਧਰਮ ਹੈ ਉਹਦੇ ਨਾਲ ਬੇਈਮਾਨੀ ਨਹੀਂ ਕਰ ਸਕਦਾ ਸੀ। ਉੱਥੋਂ ਲੰਘਣ ਵਾਲਾ ਸਿਰਫ ਇੱਕ ਬੰਦਾ ਬਚਿਆ ਸੀ, ਆਤੂ ਨੂੰ ਬਚਾ ਸਕਦਾ ਸੀ, ਪਰ ਉਹਨੇ ਉਸ ਦਾ ਖੁਰਾ ਕੁਝ ਲੱਭਣਾ ਸੀ। ਅਤੇ ਉਸ ਬੰਦੇ ਨੂੰ ਜਦੋਂ ਲੰਘਾਇਆ ਗਿਆ, ਉਸ ਬੰਦੇ ਨੂੰ ਸਰਪੰਚ ਦੇ ਹਵਾਲੇ ਕਰਦਾ ਕਿ ਤੁਹਾਡਾ ਚੋਰ ਇਹ ਹੈ, ਅਤੇ ਉਹ ਕੌਣ ਹੈ? ਆਤੂ ਦਾ ਜਵਾਈ ਹੈ। ਹੁਣ ਮਸਲਾ ਐਵੇਂ ਦਾ ਕਿ ਅਸੀਂ ਕਹਾਣੀ ਲੱਭਦੇ ਹਾਂ, ਕਹਾਣੀ ਦੀ ਇਤਿਹਾਸਕਤਾ, ਕਹਾਣੀ ਦਾ ਜਨਮ ਪਿਛਾਂ ਅਸੀਂ 1896 ਤੱਕ ਹੁਣ ਤੱਕ ਪਹੁੰਚ ਚੁੱਕੇ ਹਾਂ। ਅਗਲੀਆਂ ਗੱਲਾਂ ਕਹਾਣੀ ਦੇ ਨੁਕਤੇ ਤੋਂ ਕਥਾ ਰੰਗ ਦੇ ਹਵਾਲੇ ਨਾਲ ਅਸੀਂ ਅਗਲੇ ਲੈਕਚਰ ਵਿੱਚ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।